ਰਾਮੂ ਦੀਪਾ। ਅੱਗੇ ਕੁਝ ਇਹ 72 ਖਾਲਸਾ ਜੀ ਬ੍ਰਹਮ ਗਿਆਨੀ ਹੋਏ ਆ ਗੁਰੂ ਅਮਰਦਾਸ ਮਹਾਰਾਜ ਨੇ, ਜਿਨ੍ਹਾਂ ਨੂੰ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦਾ ਪ੍ਰਸੰਗ ਚੱਲ ਰਿਹਾ। ਉਹ ਵਾਰ-ਵਾਰ ਉਹਨਾਂ ਦੇ ਨਾਮ ਜਿਵੇਂ ਜਿਵੇਂ ਕਵੀ ਜੀਆਂ ਪਤਾ ਵੈ ਲਿਖੇ ਆ। ਇੱਕ ਉਗਰਸੈਨ ਨਾਮ ਦਾ ਸਿੱਖ, ਇੱਕ ਭਾਈ ਰਾਮੂ ਜਾਂ ਰਾਮ ਨਾਮ ਦਾ ਸਿੱਖ, ਤੇ ਇੱਕ ਦੀਪਾ ਨਾਮੀ ਹੈ। ਆਏ ਨਗੌਰੀ ਗੁਰੂ ਸਮੀਪਾ। ਤੇ ਇੱਕ ਨਗੌਰੀ। ਇਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ ਹਨ ਸਾਰੇ। ਕਰ ਬੰਧਨ ਬੁਝਿਓ ਉਪਦੇਸ਼। ਇਹਨਾਂ ਨੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਹਿੰਦੇ, ਮਹਾਰਾਜ ਹੁਣ ਸਾਨੂੰ ਵੀ ਆਪ ਜੀ ਕੋਈ ਸਿੱਖਿਆ ਬਖਸ਼ਿਸ਼ ਕਰੋ ਜਿਹਦੇ ਨਾਲ ਸਾਡੀ ਕਲਿਆਣ ਹੋਵੇ। ਗੁਰ ਬੋਲੇ ਕਰ ਕਿਰਪਾ ਵਿਸ਼ੇਸ਼। ਤੇ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਸਾਰਿਆਂ ਤੇ ਵਿਸ਼ੇਸ਼ ਕਿਰਪਾ ਕੀਤੀ। ਸਤਿਗੁਰੂ ਜੀ ਬੋਲੇ ਆ, ਸਿੱਖ ਜਿਸ ਸਮੇਂ ਆਏ ਕਰ ਮਿਲੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਸਾਰਿਆਂ ਨੂੰ ਕਹਿੰਦੇ, ਭਾਈ ਕਲਿਆਣ ਤਾਂ ਇਹਦੇ ਵਿੱਚ ਹੀ ਹੈ ਵੀ ਜਦੋਂ ਤੁਹਾਨੂੰ ਕੋਈ ਸਿੱਖ ਮਿਲਦਾ ਹੈ, ਤੁਹਾਨੂੰ ਕੋਈ ਸਿੱਖ ਆਣ ਮਿਲਦਾ ਹੈ, ਤੁਹਾਡੇ ਘਰੇ ਆਵੇ ਜਾਂ ਕਿਤੇ ਬਾਹਰ ਜਾਂਦੇ ਆ, ਕਿਤੇ ਵੀ ਕੋਈ ਗੁਰਮੁਖ ਗੁਰਸਿੱਖ ਟੱਕਰਦਾ ਹੈ, ਦੇਹ ਤਿਆਰ ਕਰ ਭੋਜਨ ਭਲੇ। ਉਹਨਾਂ ਨੂੰ ਭਲੀ ਪ੍ਰਕਾਰ ਭੋਜਨ ਤਿਆਰ ਕਰਕੇ ਦੇਣਾ। ਵੇਖੋ ਸਾਧ ਸੰਗਤ ਜੀ, ਮਹਾਰਾਜ ਨੇ ਜਿੰਨੇ ਸਿੱਖਾਂ ਦਾ ਉਧਾਰ ਕੀਤਾ ਹੈ, ਹਰੇਕ ਨੂੰ ਮਹਾਰਾਜ ਇਹੀ ਸਿੱਖਿਆ ਦੇ ਰਹੇ ਆ ਕਿ ਭਾਈ ਭੁੱਖੇ ਨੂੰ ਪ੍ਰਸ਼ਾਦਾ ਦੇਣਾ। ਭਗਤ ਕਬੀਰ ਸਾਹਿਬ ਜੀ ਵੀ ਆਪਣੀ ਬਾਣੀ ਅੰਦਰ ਲਿਖਦੇ ਆ ਕਿ ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਜਾਂ ਭਗਤ ਕਬੀਰ ਸਾਹਿਬ ਜੀਆਂ ਦਾ ਇਹ ਬਚਨ ਆਉਂਦਾ ਹੈ ਕਿ ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ, ਨਾਹੀ ਤਾਂ ਕਰ ਵੈਰਾਗ, ਵੈਰਾਗੀ ਬੰਧਨ ਕਰੈ ਤਾ ਕੋ ਵੱਡੋ ਅਭਾਗ। ਜਾਂ ਤਾਂ ਕਬੀਰ ਸਾਹਿਬ ਜੀ ਕਹਿੰਦੇ ਵੈਰਾਗੀ ਹੋ ਜਾਓ, ਸੰਸਾਰ ਵਾਲੇ ਪਾਸਿਓਂ ਵੈਰਾਗ ਧਾਰ ਲਓ ਤੇ ਪਰਮੇਸ਼ਰ ਦੀ ਬੰਦਗੀ ਵਿੱਚ ਜੁਟ ਜਾਓ। ਜੇ ਨਹੀਂ ਵੈਰਾਗੀ ਬਣਨਾ, ਜੇ ਗ੍ਰਹਿਸਥੀ ਹੋਣਾ, ਪਰਿਵਾਰ ਵਾਲੇ ਬਣਨਾ ਹੈ, ਤੇ ਫਿਰ ਧਰਮ ਕਰੋ। ਗ੍ਰਹਿਸਥੀ ਦਾ ਖਾਲਸਾ ਜੀ, ਪਰਿਵਾਰ ਵਾਲੇ ਦਾ ਧਰਮ ਕੀ ਹੈ ਵੀ ਉਹਦੇ ਦਰਵਾਜ਼ੇ ਤੋਂ ਕੋਈ ਵੀ ਭੁੱਖਾ ਨਾ ਮੁੜੇ, ਉਹਦੇ ਦਰਵਾਜ਼ੇ ਤੋਂ ਕੋਈ ਵੀ ਸਾਧ ਸੰਗਤ ਜੀ ਪਾਟੇ ਕੱਪੜੇ ਵਾਲਾ ਆਉਂਦਾ ਹੈ ਤੇ ਉਹਦੀ ਯਥਾ ਯੋਗ ਸੇਵਾ ਕਰੇ। ਜੇ ਗ੍ਰਹਿਸਥੀ ਦੇ ਦਰਵਾਜ਼ੇ ਤੋਂ ਸਾਧ ਸੰਗਤ ਜੀ ਕੋਈ ਖਾਲੀ ਮੁੜਦਾ ਹੈ, ਜਿਨ੍ਹਾਂ ਦੇ ਘਰ ਚੁੱਲ੍ਹਿਆਂ 'ਚ ਅੱਗ ਬਲਦੀ ਹੈ, ਮੱਟੀਆਂ ਵਿੱਚ ਦਾਣੇ ਹਨ, ਜੇ ਉਹਨਾਂ ਦੇ ਘਰਾਂ ਤੋਂ ਸਾਧ ਸੰਗਤ ਜੀ ਕੋਈ ਭੁੱਖਾ ਖਾਲੀ ਮਿਲਦਾ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਲਾਹਨਤ ਇਹੋ ਜਿਹੇ ਗ੍ਰਹਿਸਥੀ ਹੋਣ ਦੇ। ਜੇ ਕੋਈ ਪ੍ਰਾਣੀ ਸਾਧ ਸੰਗਤ ਜੀ ਕੱਪੜਿਆਂ ਕਰਕੇ ਦੁਖੀ ਹੈ, ਤੇ ਉਹ ਪ੍ਰਾਣੀ ਜੇ ਗ੍ਰਹਿਸਥੀ ਦੇ ਦਰਵਾਜ਼ੇ ਅੱਗੋਂ ਉਵੇਂ ਹੀ ਮੁੜਦਾ ਜਿਵੇਂ ਆਇਆ ਸੀ, ਸੁੰਝੇ ਘਰ ਕੱਪਾ ਹੋਣਾ, ਜੋ ਆਇਆ ਤੇ ਉਹ ਜਾਓ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਗ੍ਰਹਿਸਥੀ ਹੋਣ ਤੇ ਪਈ ਤ੍ਰਿਗ ਹੈ, ਲਾਹਨਤ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੇ ਵੀ ਕਹਿੰਦੇ ਆ ਕਿ ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਕਹਿੰਦੇ ਕੋਈ ਆ ਜਾਵੇ, ਜੇ ਨਹੀਂ ਖਵਾਉਣ ਨੂੰ ਕੁਛ ਤੇ ਆਪਦਾ ਸਰੀਰ ਹੀ ਰਿੰਨ ਕੇ ਖਵਾ ਦੇਵੇ। ਇਹੋ ਜਿਹਾ ਜਿਹੜਾ ਗ੍ਰਹਿਸਥੀ ਹੈ, ਪਰਿਵਾਰ ਵਾਲਾ ਹੈ, ਕਹਿੰਦੇ ਉਹ ਗੰਗਾ ਦੇ ਪਾਣੀ ਵਾਂਗੂ ਪਵਿੱਤਰ 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 ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਸਾਧ ਸੰਗਤ ਸਿੱਖਾਂ ਨੂੰ ਇਹ ਵਿਸ਼ੇਸ਼ ਕਰਕੇ ਇਹ ਹੁਕਮ ਕੀਤਾ, ਉਪਦੇਸ਼ ਬਖਸ਼ਿਸ਼ ਕੀਤਾ ਕਿ ਕਲਿਆਣ ਤੁਹਾਡੀ ਇਸੇ ਵਿੱਚ ਹੀ ਕਲਿਆਣ ਹੈ, ਇਸੇ ਵਿੱਚੋਂ ਹੀ ਮੁਕਤੀ। ਕੋਈ ਜੋਗੀ ਬਣਨ ਦੀ ਲੋੜ ਨਹੀਂ, ਕੋਈ ਕੰਨ ਪੜਵਾ ਕਰਕੇ ਜੰਗਲਾਂ ਨੂੰ ਜਾਣ ਦੀ ਲੋੜ ਨਹੀਂ, ਕੋਈ ਚੰਦਰੈਣੀ ਵਰਤ ਰੱਖਣ ਦੀ ਲੋੜ ਨਹੀਂ, ਕੋਈ ਰੁੱਖਾਂ ਨਾਲ ਪੁੱਠੇ ਲਮਕਣ ਦੀ ਲੋੜ ਨਹੀਂ, ਕੋਈ ਧੂਣੇ ਤਾ ਕੇ 10-10 ਅੱਗਾਂ ਬਾਲ ਕਰਕੇ ਤਪ ਕਰਨ ਦੀ ਕੋਈ ਜ਼ਰੂਰਤ ਨਹੀਂ। ਇਹਨਾਂ ਸਾਰਿਆਂ ਤਪਾਂ ਵਿੱਚੋਂ ਸ਼੍ਰੇਸ਼ਟ ਤਪ ਹੈ ਸਾਧ ਸੰਗਤ ਜੀ ਗ੍ਰਹਿਸਥੀ ਹੋ ਕਰਕੇ ਧਰਮ ਵਿੱਚ ਰਹਿਣਾ, ਗੁਰੂ ਵਾਲੇ ਬਣਨਾ, ਔਰ ਗ੍ਰਹਿਸਥੀ ਹੋ ਕਰਕੇ ਆਪਣੇ ਘਰ ਵਿੱਚ ਛੋਟਾ ਜਿਹਾ ਲੰਗਰ ਚੱਲੀ ਜਾਵੇ ਬਾਲਾ ਨਹੀਂ। ਜੇ ਸਾਧ ਸੰਗਤ ਜੀ 5 ਪਰਿਵਾਰ ਦੇ ਮੈਂਬਰ ਤੇ ਇੱਕ ਭੁੱਖੇ ਨੂੰ ਵੀ ਪ੍ਰਸ਼ਾਦਾ ਰੋਜ਼ ਛਕਾਉਣ, ਤੇ ਇਹ ਕਿਸੇ ਵੀ ਨਗਰ ਵਿੱਚ ਕੋਈ ਭੁੱਖਾ ਨਾ ਸੋਵੇ। ਜਿੱਥੋਂ ਜਿੱਥੋਂ ਤੀਕਰ ਵੀ ਸੱਚੇ ਪਾਤਸ਼ਾਹ ਦੇ ਸਿੱਖ ਵਸਦੇ ਆ, ਉੱਥੇ ਉੱਥੇ ਖਾਲਸਾ ਜੀ ਇਸ ਸਿਧਾਂਤ ਨੂੰ ਮੁੱਖ ਰੱਖ ਕੇ ਸਿੱਖਾਂ ਲੰਗਰ ਲਾਏ। ਹੁਣ ਤੀਕਰ ਵੀ ਆਪ ਵੇਖੋ ਕਿੰਨੀਆਂ ਆਫਤਾਂ ਆਉਂਦੀਆਂ ਹਨ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਉਪਦੇਸ਼ ਹੁਣ ਤੀਕਰ ਸਿੱਖਾਂ ਵਿੱਚ ਉਵੇਂ ਹੀ ਵਰਤਦਾ। ਜਿੱਥੇ ਵੀ ਕੋਈ ਆਫਤ ਆਉਂਦੀ ਹੈ, ਹੜ੍ਹ ਆਉਣ, ਕਿਤੇ ਕੋਈ ਸਾਧ ਸੰਗਤ ਜੀ ਭੁਚਾਲ ਆਉਂਦਾ ਹੈ, ਉੱਥੇ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੱਖ ਲੰਗਰ ਲਾਉਂਦੇ ਆ।
ਕਿਉਂਕਿ ਸਾਰਿਆਂ ਤੋਂ ਵੱਡਾ ਪੁੰਨ ਖਾਲਸਾ ਜੀ ਅੰਨ ਦਾ ਹੈ। ਤੁਸੀਂ ਚਾਹੇ ਸੋਨਾ ਦਾਨ ਕਰੀ ਜਾਓ, ਚਾਹੇ ਕੋਈ ਗਊਆਂ ਦਾਨ ਕਰੇ, ਕੰਨਿਆਂ ਦਾਨ ਵੀ ਵੱਡਾ ਹੈ, ਪਰ ਸਾਰਿਆਂ ਤੋਂ ਵੱਡਾ ਸਾਧ ਸੰਗਤ ਜੀ ਦਾਨ ਪੁੰਨ ਅੰਨ ਦਾ ਹੈ। ਉਹ ਕਿਉਂ ਹੈ? ਕਿਉਂਕਿ ਕੱਪੜੇ ਬਿਨਾਂ ਪ੍ਰਾਣੀ ਜਿਉਂਦਾ ਰਹਿ ਸਕਦਾ। ਹਰੇਕ ਵਸਤੂ ਬਿਨਾਂ ਪਾਣੀ ਤਾਂ ਸੁਤੇ ਹੀ ਸੰਸਾਰ ਵਿੱਚ ਬਹੁਤ ਹੈ। ਅੰਨ ਜਿਹੜਾ ਮਿਲਣਾ ਔਖਾ ਹੈ, ਫਿਰ ਪਕਾਉਣਾ ਔਖਾ ਹੈ। ਔਰ ਚਾਹੇ ਜਲ ਕਰਕੇ ਪੇਟ ਦੀ ਤ੍ਰਿਪਤੀ ਹੋਵੇ, ਜਿਹੜਾ ਕਿਸੇ ਦੇ ਪੇਟ ਦੀ ਅੱਗ ਬੁਝਾਵੇ, ਕਿਸੇ ਨੂੰ ਅੰਨ ਖਵਾਵੇ, ਉਹਦੀ ਜਾਨ ਬਚ ਰਹਿੰਦੀ ਹੈ। ਤੇ ਜਾਨ ਬਚਾਉਣ ਨਾਲੋਂ ਵੱਡਾ ਖਾਲਸਾ ਜੀ ਕੋਈ ਹੋਰ ਪੁੰਨ ਨਹੀਂ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਭਾਈ ਇਸੇ 'ਚ ਤੁਹਾਡੀ ਕਲਿਆਣ। ਜੇ ਕੋਈ ਸਿੱਖ ਟੱਕਰਦਾ, ਚਾਹੇ ਕੋਈ ਭੁੱਖਾ ਮਿਲਦਾ ਹੈ, ਉਹਦੀ ਜਾਤ ਉਹਦਾ ਵਰਨ ਪਰਖੇ ਬਿਨਾਂ ਉਹਨੂੰ ਭੋਜਨ ਤਿਆਰ ਕਰਕੇ ਭਲੀ ਪ੍ਰਕਾਰ ਛਕਾਉਣਾ ਕਰੋ। ਅੰਮ੍ਰਿਤ ਵੇਲਾ ਕਰਹੁ ਇਸ਼ਨਾਨ। ਤੇ ਜਦੋਂ ਅੰਮ੍ਰਿਤ ਵੇਲਾ ਹੋਵੇ, ਦਿਨ ਚੜੇ ਤੇ ਪਹਿਲੇ ਇਸ਼ਨਾਨ ਕਰਕੇ ਸਰੀਰ ਨੂੰ ਸੋਧ ਕਰਕੇ ਗੁਰੂ ਕੋ ਸ਼ਬਦ ਧਰਹ ਪਠਹ ਕਰ ਧਿਆਨ। ਤੇ ਗੁਰੂ ਦੇ ਸ਼ਬਦ ਨੂੰ ਪੜ੍ਹਨਾ, ਗੁਰਬਾਣੀ ਪੜ੍ਹਨੀ, ਸੁਰਤੀ ਚਿੱਤ ਨੂੰ ਇਕਾਗਰ ਕਰਕੇ ਤੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਜਾਪ ਕਰਨਾ ਹੈ। ਅਰਥ ਵਿਚਾਰ ਉਚਾਰਨ ਕਰੀਆ ਹੈ। ਤੇ ਅਰਥਾਂ ਦਾ ਵਿਚਾਰ ਕਰਨਾ। ਜੇ ਅਰਥ ਸਮਝ ਪੈ ਜਾਣ, ਫਿਰ ਉਚਾਰ ਕੇ ਬੋਲ ਕੇ ਦੂਜਿਆਂ ਨੂੰ ਸਮਝਾਉਣੇ, ਹੋਰਾਂ ਦਾ ਵੀ ਭਲਾ ਹੋਵੇ, ਇਹ ਬਿਰਤੀ ਰੱਖਣੀ ਹੈ। ਕਿ ਦਹਾਂ ਸੁਨੋ ਕਰ ਨਿਰਣੈ ਧਰੀਆ ਹੈ। ਔਰ ਜਾਂ ਫਿਰ ਸੁਣ ਲਓ, ਜੇ ਅਰਥ ਆਪ ਨੂੰ ਸਮਝ ਨਹੀਂ ਪੈਂਦੇ ਫਿਰ ਸੁਣ ਲਓ, ਤੇ ਜੇ ਆਉਂਦੇ ਹਨ ਤੇ ਫਿਰ ਕਿਸੇ ਨੂੰ ਸੁਣਾ ਦਿਓ, ਜਾਂ ਸੁਣਾ ਦੇਣੀ ਬਾਣੀ ਤੇ ਜਾਂ ਸੁਣ ਲੈਣੀ। ਇਹ ਬੜਾ ਵੱਡਾ ਭਲਾ ਹੈ, ਇਸੇ ਵਿੱਚ ਹੀ ਕਲਿਆਣ ਹੈ। ਚਤਰ ਘਟੀ ਸਭ ਕਾਜ ਵਿਸਾਰਾ। ਤੇ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਆ, ਮਹਾਰਾਜ ਨੇ ਫਿਰ ਇਹ ਵੀ ਬਖਸ਼ਿਸ਼ ਕੀਤੀ ਵੀ 4 ਘੜੀਆਂ ਤੱਕ ਸਾਰੇ ਕੰਮਕਾਰ ਛੱਡ ਕੇ 24 ਮਿੰਟ ਦੀ ਇੱਕ ਖਾਲਸਾ ਜੀ ਘੜੀ ਬਣਦੀ ਹੈ। ਔਰ 4 ਘੜੀਆਂ ਤੱਕ ਗਰੀਬ ਨਵਾਜ ਕੋਈ 96 ਕੁ ਮਿੰਟ ਬਣਦੇ ਆ। ਮਹਾਰਾਜ ਕਹਿੰਦੇ 4 ਘੜੀਆਂ ਤੱਕ ਸਾਰੇ ਕੰਮਕਾਰ, ਮਨ ਵਿੱਚੋਂ ਫਿਕਰ, ਸੰਸੇ, ਦੁੱਖ, ਕਲੇਸ਼, ਰਾਗ, ਦੁਐਖ ਸਾਰਿਆਂ ਨੂੰ ਛੱਡ ਕਰਕੇ ਅਰਥ ਸੁਨਹਾ ਕੈ ਆਪ ਉਚਾਰਾ। ਤੇ ਜਾਂ ਤਾਂ ਅਰਥ ਸੁਣੋ ਗੁਰਬਾਣੀ ਦੇ, ਤੇ ਜਾਂ ਸਾਧ ਸੰਗਤ ਜੀ ਅਰਥਾਂ ਨੂੰ ਵਿਚਾਰਨ ਕਰਨਾ। ਕਿਸੇ ਤੋਂ ਅਰਥ ਸੁਣ ਲੈਣੇ ਗੁਰਬਾਣੀ ਦੇ, ਭਾਵ ਅਰਥ ਜਾਣਨੇ। ਜੇ ਆਪ ਨੂੰ ਪਤਾ ਲੱਗ ਜਾਣ, ਫਿਰ ਉਹਨਾਂ ਅਰਥਾਂ ਨੂੰ ਅੱਗੇ ਵੰਡਣਾ, ਅੱਗੇ ਦੱਸਣਾ। ਮਹਾਰਾਜ ਕਹਿੰਦੇ 4 ਘੜੀਆਂ ਸੁਰਤੀ ਨੂੰ ਇਕਾਗਰ ਕਰਕੇ ਦਿਨ ਵਿੱਚ ਇਉਂ ਕਰੀਏ। ਸਲਤਾ ਮਹਿ ਨੌਕਾ ਬਹ ਭਰੀਅਤ। ਪਰ ਫੇਰ ਕਹਿੰਦੇ ਆ, ਇਹ ਪ੍ਰਮਾਣ ਦਿੰਦੇ ਮਹਾਰਾਜ ਕਹਿੰਦੇ ਕਿਵੇਂ ਆ? ਜਿਵੇਂ ਕਹਿੰਦੇ ਆ ਵੀ ਸਲਤਾ, ਉਹਨਾਂ ਬੇਨਤੀ ਕੀਤੀ ਮਹਾਰਾਜ ਜੀ ਵੀ ਸਾਰਾ ਦਿਨ ਤਾਂ 8 ਪਹਿਰਾਂ ਦਾ ਹੁੰਦਾ, ਤੇ 4 ਘੜੀਆਂ ਨਾਲ ਸਿਮਰਨ ਕਰਿਆ ਕੀ ਬਣੇਗਾ? ਮਹਾਰਾਜ ਕਹਿੰਦੇ ਜਿਹੜੀ ਹੁੰਦੀ ਹੈ ਨਦੀ ਵਿੱਚ ਜਿਹੜੀ ਨੌਕਾ ਕਿਸ਼ਤੀ ਹੁੰਦੀ ਹੈ, ਉਹ ਸਾਰੀ ਭਰੀ ਤੁਰੀ ਆਉਂਦੀ, ਸਾਰੀ ਡੁੱਬੀ ਹੁੰਦੀ ਹੈ। ਚਤੁਰੰਗਲ ਜਲ ਬਹਿਰਨ ਹਰੀਅਤ। ਤੇ 4 ਕੁੰਗਲਾਂ ਹੀ ਬਾਹਰ ਹੁੰਦੀ ਆ ਉਹ ਸਮੁੰਦਰ ਚੋਂ ਜਾਂ ਨਦੀ ਚੋਂ, ਜਿਹੜੀ ਕਿਸ਼ਤੀ ਹੁੰਦੀ ਹੈ ਸਾਰੀ ਡੁੱਬੀ ਹੁੰਦੀ, ਤੇ ਕੇਵਲ 4 ਕੁ ਉਂਗਲਾਂ ਹੀ ਪਾਣੀ ਤੋਂ ਬਾਹਰ ਹੁੰਦੀ ਹੈ। ਭਰੀ ਪਾਰਸੋਂ ਉਤਰਹਿ ਪਾਰ। ਤੇ ਵੇਖੋ 4 ਉਂਗਲਾਂ ਕਿਸ਼ਤੀ ਹੁੰਦੀ ਬਾਹਰ, ਉਹਦੇ ਵਿੱਚ ਚੜ ਕੇ ਸਾਰੇ ਪਾਰ ਹੋ ਜਾਂਦੇ। ਭਾਵ ਸਾਧ ਸੰਗਤ ਜੀ ਪਾਪਾਂ ਕਰਕੇ ਪ੍ਰਾਣੀ ਚਾਹੇ ਸਾਰਾ ਦਿਨ ਡੁੱਬਾ ਰਵੇ, ਪਰਿਵਾਰ ਦੇ ਧੰਦਿਆਂ ਵਿੱਚ ਸਾਰਾ ਦਿਨ ਹੀ ਫਸਿਆ ਰਵੇ, ਜਿਵੇਂ ਕਿਸ਼ਤੀ ਸਾਰਾ ਡੁੱਬੀ ਰਹਿੰਦੀ ਹੈ। 4 ਉਂਗਲਾਂ ਕਿਸ਼ਤੀ ਬਾਹਰ ਹੁੰਦੀ ਤੇ ਡੁੱਬੀ ਕਿਸ਼ਤੀ ਨੂੰ ਵੀ ਤਾਰ ਕੇ ਕਿਨਾਰੇ ਲਾ ਦਿੰਦੀ ਹੈ। ਉਸੇ ਤਰ੍ਹਾਂ ਜੇ ਸਾਧ ਸੰਗਤ ਜੀ ਸਾਰਾ ਦਿਨ ਨਾਮ ਨਹੀਂ ਜਪਿਆ ਜਾਂਦਾ, ਕੋਈ 4 ਕੁ ਘੜੀਆਂ ਜਿਹੜੀਆਂ ਹਨ 1.5 ਪੌਣੇ 2 ਘੰਟੇ ਦੇ ਕਰੀਬ, ਇੰਨਾ ਕੁ ਸਮਾਂ ਮਹਾਰਾਜ ਕਹਿੰਦੇ ਸੁਰਤੀ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਨਾਮ ਜਪਣਾ, ਬਾਣੀ ਪੜ੍ਹਨੀ, ਅਰਥ ਸੁਣਨੇ, ਅਰਥ ਪੜ੍ਹਨੇ, ਅੱਗੇ ਸੁਣਾਉਣੇ। ਕੇਵਲ 4 ਘੜੀਆਂ ਹੀ ਕਰੋ ਤੇ ਸਾਰਾ ਦਿਨ ਹੀ ਸਫਲਾ ਹੁੰਦਾ। ਜਿਵੇਂ ਕਿਸ਼ਤੀ ਡੁੱਬੀ ਸਾਰੀ ਨੂੰ 4 ਉਂਗਲਾਂ ਬਾਹਰਲੀ ਕਿਸ਼ਤੀ ਕੱਢ ਦਿੰਦੀ ਹੈ, ਇਸੇ ਤਰ੍ਹਾਂ ਸਾਰੇ ਦਿਨ ਦੇ ਗਰਸੇ ਹੋਏ ਜੀਵ ਨੂੰ ਇਹ ਜਿਹੜੀਆਂ 4 ਘੜੀਆਂ ਹੀ ਪਾਰ ਲਾ ਦਿੰਦੀਆਂ ਹਨ। ਤਿਮ ਜਗ ਕਾਰਜ ਕੇ ਵਿਵਹਾਰ। ਇਸੇ ਤਰ੍ਹਾਂ ਸੰਸਾਰ ਦੇ ਕਾਰਜਾਂ ਦਾ ਵਿਵਹਾਰ ਜੋ ਹੈ, ਕਾਰੋਬਾਰ ਹੈ। ਨਿਸ ਦਿਨ ਕਰਿਆ ਧਰਮ ਕੀ ਕਿਰਤ। ਤੇ ਦਿਨ ਰਾਤ ਧਰਮ ਦੀ ਕਿਰਤ ਕਰਨੀ। ਆਪਦੇ ਕੰਮਕਾਰ ਕਰਦਿਆਂ, ਚਾਹੇ ਕੋਈ ਖੇਤੀਬਾੜੀ ਕਰੇ, ਚਾਹੇ ਨੌਕਰੀ ਕਰੇ,
ਆਪਣਾ ਫਰਜ਼ ਜਾਣਨਾ ਔਰ ਦਸਾਂ ਨੋਹਾਂ ਦੀ ਕਿਰਤ ਕਰਨੀ, ਕਿਸੇ ਨਾਲ ਠੱਗੀ ਦਰੋਹ ਨਾ ਮਾਰਨਾ ਕਰਨਾ। ਚਤਰ ਘਟੀ ਦੇਹ ਗੁਰ ਮਹਿ ਬਿਰਤ, ਪਰ ਸਾਰਾ ਕੰਮ ਕਰਦਿਆਂ ਤੋਂ ਬਾਅਦ ਇਹ 4 ਘੜੀਆਂ ਗੁਰੂ ਦੇ ਨਿਮਿਤ ਜ਼ਰੂਰ ਬਿਰਤੀ ਇਕਾਗਰ ਕਰਕੇ ਕਥਾ ਸੁਣੀਏ, ਕਥਾ ਪੜ੍ਹੀਏ, ਨਾਮ ਜਪੀਏ, ਨਾਮ ਸੁਣੀਏ। ਸਭ ਕਾਰਜ ਜੁਤ ਹੋਏ ਕਲਿਆਣ, ਕਹਿੰਦੇ ਆ ਜੱਗ ਦੇ ਵਿੱਚ ਕੰਮ ਕਰਦਿਆਂ ਹੋਇਆਂ ਹੀ ਕਲਿਆਣ ਹੈ, ਪਰਿਵਾਰ ਦੇ ਵਿੱਚ ਰਹਿੰਦੇ ਹੀ ਕਲਿਆਣ ਹੋ ਜਾਵੇਗੀ। ਪ੍ਰਭੂ ਪ੍ਰਸਿੱਧ ਹੈ ਪ੍ਰੇਮ ਮਹਾਨ, ਕਿਉਂਕਿ ਮਹਾਨ ਪ੍ਰੇਮ ਦੇ ਨਾਲ ਪ੍ਰਭੂ ਪਰਮੇਸ਼ਰ ਜੀ ਖੁਸ਼ ਹੁੰਦੇ ਆ। ਜੇ ਕੋਈ ਨਾਮ ਜਪੇ, ਕੋਈ ਜਪਜੀ ਸਾਹਿਬ ਪੜ੍ਹੇ, ਕੋਈ ਸਾਧ ਸੰਗ ਜੀ ਹੋਰ ਬਾਣੀ ਪੜ੍ਹੇ, ਤੇ ਪਰਮੇਸ਼ਰ ਕਿੰਨੇ ਖੁਸ਼ ਹੁੰਦੇ ਆ ਵੀ ਜਿਸ ਕੰਮ ਵਾਸਤੇ ਇਹਨੂੰ ਭੇਜਿਆ ਸੀ ਉਹ ਕਰਦਾ ਪਿਆ। ਜਿਵੇਂ ਕੋਈ ਪੁੱਤਰ ਹੋਵੇ ਤੇ ਉਹਦਾ ਪਿਤਾ ਉਹਨੂੰ ਭੇਜੇ ਕਿਸੇ ਕੰਮ ਵਾਸਤੇ ਬਾਹਰ, ਵੀ ਜਾ ਪੁੱਤਰ ਫਲਾਣਾ ਕੰਮ ਕਰਕੇ ਆ। ਜਿਹੜੇ ਕੰਮ ਨੂੰ ਭੇਜਿਆ ਜਦੋਂ ਉਹ ਕੰਮ ਕਰੇਗਾ ਤੇ ਮਾਂ-ਬਾਪ ਖੁਸ਼ ਹੁੰਦਾ। ਜਿਹੜੇ ਕੰਮ ਵਾਸਤੇ ਪੁੱਤਰ ਨੂੰ ਭੇਜਿਆ ਹੈ ਜੇ ਉਹ ਨਾ ਕਰੇ ਤੇ ਮਾਂ ਪਿਓ ਦੁਖੀ ਹੁੰਦਾ ਵੀ ਅਸੀਂ ਇਹਨੂੰ ਕਿਸ ਕੰਮ ਨੂੰ ਭੇਜਿਆ ਸੀ ਤੇ ਕਿਸ ਕੰਮ ਲੱਗਾ ਹੈ। ਇਸੇ ਤਰ੍ਹਾਂ ਖਾਲਸਾ ਜੀ ਇਕੱਲੇ ਆਵਹਿ ਨਾਨਕਾ, ਅਸੀਂ ਪਰਮੇਸ਼ਰ ਦੇ ਇਕੱਲੇ ਹੋਏ ਇੱਥੇ ਆਏ ਹਾਂ। ਆਏ ਕਿਸ ਕੰਮ ਹਾਂ? ਤਨ ਚੇਤਨ ਚੇਤ ਦਿਓ, ਨਹ ਭੋਗਣ ਹੇਤ ਗੋਬਿੰਦ ਦਿਓ। ਪ੍ਰਭੂ ਪਰਮੇਸ਼ਰ ਨੇ ਖਾਲਸਾ ਜੀ ਇਹ ਸਰੀਰ ਦਿੱਤਾ ਹੈ ਪਰਮੇਸ਼ਰ ਨੂੰ ਜਪਣ ਵਾਸਤੇ, ਨਾਮ ਬਾਣੀ ਪੜ੍ਹਨ ਜਪਣ ਵਾਸਤੇ ਦਿੱਤਾ ਹੈ। ਔਰ ਜੇ ਕੋਈ ਮਹਾਰਾਜ ਦਾ ਸੁਚੱਜਾ ਪੁੱਤਰ ਬਣੇ, ਮਹਾਰਾਜ ਦਾ ਪੁੱਤ ਧੀ ਬਣ ਕਰਕੇ ਨਾਮ ਜਪੇਗਾ ਤੇ ਉਹ ਜਿਵੇਂ ਬੱਚੇ ਦੇ ਕੰਮ ਕਰਨ ਤੇ ਮਾਂ ਪਿਓ ਖੁਸ਼ ਹੁੰਦਾ। ਤੇ ਸਾਡਾ ਮਾਤਾ ਪਿਤਾ ਕੌਣ ਹੈ? ਇਹ ਸਰੀਰ ਨੂੰ ਖਾਲਸਾ ਜੀ ਜਨਮ ਦਿੱਤਾ ਮਾਂ ਨੇ। ਮਾਂ ਨੇ ਆਤਮਾ ਨੂੰ ਜਨਮ ਨਹੀਂ ਦਿੱਤਾ, ਮਰਨ ਹਾਰ ਇਹੋ ਜੀੜਾ ਨਾਹੀਂ। ਮਾਂ ਨੇ ਤਾਂ ਕੇਵਲ ਸਰੀਰ ਨੂੰ ਜਨਮ ਦਿੱਤਾ, ਮਾਂ ਨੇ ਆਤਮਾ ਨੂੰ ਜਨਮ ਨਹੀਂ ਦਿੱਤਾ। ਮਾਂ ਦੇ ਉਦਰ ਅੰਦਰ 3 ਮਹੀਨੇ ਬੱਚਾ ਪਲਦਾ, ਫਿਰ ਆਤਮਾ ਉਹਦੇ ਵਿੱਚ ਜਿੰਦ ਪੈਂਦੀ ਹੈ। ਤੇ ਇਹ ਜਾਣ ਲਓ ਵੀ ਆਤਮਾ ਨੂੰ ਜਨਮ ਮਾਤਾ ਨਹੀਂ ਦੇ ਸਕਦੀ, ਉਹ ਪਰਮੇਸ਼ਰ, ਜਿੰਦ ਪਰਮੇਸ਼ਰ ਦੀ ਹੈ, ਜੀਓ ਪਰਮੇਸ਼ਰ ਦਾ ਹੈ। ਆਹ ਹੱਡ ਮਾਸ ਦੇ ਸਰੀਰ ਨੂੰ ਹੱਡ ਮਾਸ ਦੇ ਇੱਕ ਸਰੀਰ ਨੇ ਜਨਮ ਦਿੱਤਾ ਜਿਹੜੀ ਮਾਤਾ ਲੱਗਦੀ। ਅਸਲ ਵਿੱਚ ਖਾਲਸਾ ਜੀ ਸਰੀਰ ਦੀ ਮਾਤਾ ਇਹ ਸੰਸਾਰ ਵਿੱਚ ਮਾਤਾ ਹੋ ਸਕਦੀ। ਸਰੀਰ ਦੀ ਮਾਂ ਵੀ ਹੱਡ ਜੰਮਦੀ ਹੈ, ਸਰੀਰ ਹੱਡ ਜੰਮਦਾ, ਉਹਦੀ ਮਾਂ ਵੀ ਹੱਡ ਜੰਮਦੀ ਹੈ। ਤੇ ਆਤਮਾ ਖਾਲਸਾ ਜੀ ਇਹਨਾਂ ਤੋਂ ਸੁਤੰਤਰ ਹੈ, ਵਿਆਪਕ ਹੈ, ਤੇ ਇਹਦਾ ਮਾਂ ਬਾਪ ਵੀ ਵਿਆਪਕ ਹੈ। ਉਹ ਪ੍ਰਭੂ ਪਰਮੇਸ਼ਰ ਹੈ। ਔਰ ਉਹ ਪ੍ਰਭੂ ਪਰਮੇਸ਼ਰ ਹਰ ਜੀ ਮਾਤਾ, ਹਰ ਜੀ ਪਿਤਾ। ਤੇ ਹਰੀ ਪਰਮੇਸ਼ਰ ਜਿਹੜਾ ਮਾਤਾ ਪਿਤਾ ਹੈ ਉਹ ਖੁਸ਼ ਕਦੋਂ ਹੁੰਦਾ? ਜਦੋਂ ਉਹਦਾ ਬਾਲਕ, ਉਹਦਾ ਪੁੱਤਰ, ਬੱਚਾ, ਧੀ ਕੋਈ ਅਖਵਾਉਣ ਵਾਲਾ ਉਹਦੇ ਦੱਸਿਆ ਹੋਇਆ ਕਾਰਜ ਕਰੇਗਾ, ਵਾਹਿਗੁਰੂ 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 ਨਾਮ ਜਪਦਾ। ਤੋ ਗੁਰੂ ਅਮਰਦਾਸ ਜੀ ਕਹਿੰਦੇ ਆ ਕਿ ਹੇ ਭਾਈ ਉਗਰਸੈਨ ਜੀ, ਰਾਮੂ, ਦੀਪਾ ਜੀ, ਜੇ ਚਾਹੁੰਦੇ ਹੋ ਕਲਿਆਣ ਤੇ ਨਾਮ ਜਪੋ। ਨਾਮ ਜਪਣ ਨਾਲ ਪਰਮੇਸ਼ਰ ਖੁਸ਼ ਹੁੰਦਾ। ਜੇ ਪਰਮੇਸ਼ਰ ਖੁਸ਼ ਹੈ ਤੇ ਸਮਝੋ ਸਾਰੇ ਕਾਰਜ ਸਿੱਧ ਹਨ। ਸਗਰੇ ਕਾਰਜ ਗੁਰੂ ਸਵਾਰੈ, ਤੇ ਉਹਨਾਂ ਦੇ ਲੋਕ ਤੇ ਪਰਲੋਕ ਦੇ ਸਾਰੇ ਕੰਮਾਂ ਕਾਰਜਾਂ ਨੂੰ ਗੁਰੂ ਪਰਮੇਸ਼ਰ ਆਪ ਸਵਾਰਦਾ ਹੈ। ਹਲਤ ਪਲਤ ਮਹਿ ਕਬਹੁ ਨ ਹਾਰੈ, ਤੇ ਉਹ ਕਦੇ ਵੀ ਉਹਨਾਂ ਨੂੰ ਹਾਰ ਦਾ ਮੂੰਹ ਨਹੀਂ ਵੇਖਣਾ ਪੈਂਦਾ। ਨਾ ਸੰਸਾਰ ਦੇ ਵਿੱਚ ਨਿਰਾਸ਼ ਹੁੰਦੇ ਤੇ ਨਾ ਕਦੇ ਪਰਲੋਕ ਦੇ ਵਿੱਚ ਉਹਨਾਂ ਜੀਵਾਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ। ਕਦੇ ਨਿਰਾਸ਼ਾ ਨਹੀਂ ਮਿਲਦੀ ਹੈ। ਗੁਰੂ ਸ਼ਬਦ ਕੋ ਕਰਿਓ ਵਿਚਾਰ, ਤੇ ਗੁਰੂ ਕੇ ਸ਼ਬਦ ਨੂੰ ਵਿਚਾਰ ਕਰਨਾ ਚਾਹੀਏ। ਸਦਾ ਗੁਰੂ ਕੇ ਸ਼ਬਦ ਦੀ, ਗੁਰੂ ਕੀ ਬਾਣੀ ਦੀ ਵਿਚਾਰ ਅਰਥ ਪੜ੍ਹੀਏ, ਸੁਣੀਏ। ਇੱਕ ਚਿਤ ਹੋਏ ਕਰ ਨਾਮ ਉਚਾਰ, ਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਇੱਕ ਚਿੱਤ ਹੋ ਕਰਕੇ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਾਂ ਕੋ ਬਾਣੀ ਪੜ੍ਹਨੀ ਹੈ। ਸੁਨ ਉਪਦੇਸ਼ ਹਿਰਦੈ ਸ਼ਬਤਾਰਾ, ਤੇ ਸਤਿਗੁਰਾਂ ਪਾਸੋਂ ਇਹ ਪਾਵਨ ਪਵਿੱਤਰ ਉਪਦੇਸ਼ ਸੁਣ ਕੇ ਇਹਨਾਂ ਸਾਰਿਆਂ ਸਿੱਖਾਂ ਨੇ ਆਪਦੇ ਹਿਰਦੇ ਵਿੱਚ ਧਾਰਨਾ ਕੀਤਾ ਹੈ। ਮਹਾਰਾਜ ਦੀ ਸਿੱਖਿਆ ਮਨ ਵਿੱਚ ਵਸਾਈ ਹੈ। ਗੁਰ ਸਿੱਖ ਹੋਏ ਕਰ ਜਨਮ ਸੁਧਾਰਾ, ਗੁਰੂ ਕੇ ਸਿੱਖ ਬਣੇ ਆ। ਗੁਰੂ ਕੇ ਸਿੱਖ ਬਣ ਕੇ ਉਹਦਾ ਸਾਰਾ ਮਨੁੱਖਾ ਜਾਮਾ ਇਹਨਾਂ ਨੇ ਜਿਹੜਾ ਵੈ ਉਹ ਸੁਧਾਰਨਾ ਕੀਤਾ ਹੈ। ਹੋਰ ਪੜ੍ਹ ਲਓ ਥੋੜਾ ਜਿਹਾ। ਗੋਪੀ ਦੂਸਰਾ ਰਾਮੂ ਮਹਿਤਾ, ਤੇ ਅੱਗੇ ਕਵੀ ਜੀ ਹੋਰ ਪ੍ਰਸੰਗ ਤੋਰਦੇ ਆ। ਇੱਕ ਰਾਮੂ ਮਹਿਤਾ ਨਾਮ ਦਾ ਸਿੱਖ ਹੈ। ਉਹ ਭਾਈ ਗੁਰਦਾਸ ਜੀਆਂ ਮਹਿਤੇ ਨੂੰ ਸਿੱਖ ਲਿਖਿਆ ਅਲੱਗ, ਪਰ ਕਵੀ ਜੀ ਇੱਥੇ ਰਾਮੂ ਮਹਿਤਾ ਨਾਮ ਦਾ ਸਿੱਖ ਲਿਖਿਆ ਹੈ। ਇੱਕ ਗੋਪੀ ਨਾਮ ਦਾ, ਇੱਕ ਮੋਹਨ ਮੱਲ ਨਾਮ ਦਾ ਸਿੱਖ ਆਇਆ ਹੈ। ਮੋਹਨ ਮੱਲ ਅਮਰੂ ਕੇ ਸਹਤਾ, ਔਰ ਇੱਕ ਭਾਈ ਅਮਰੂ ਜੀ ਆਏ ਹੈ।
ਇਹ ਸਾਰੇ ਸਿੱਖ ਮਹਾਰਾਜ ਦੇ ਪਾਸ ਪਹੁੰਚੇ ਐ ਚਾਰਹਾਂ ਆਏ ਲੱਗੇ ਗੁਰ ਚਰਨੀ। ਤੇ ਚਾਰੇ ਜਣੇ ਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਲੱਗੇ ਹਨ ਕਰ ਜੋਰਤ ਕਹਿ ਰਾਖਾ ਸ਼ਰਨੀ। ਤੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਨੂੰ ਆਪਦੇ ਸ਼ਰਨੀ ਰੱਖ ਲਵੋ ਬਿਰਦ ਗਰੀਬ ਨਿਵਾਜ ਤੁਮਾਰਾ। ਕਿਉਂਕਿ ਤੁਹਾਡਾ ਧਰਮ ਹੈ ਮਹਾਰਾਜ, ਤੁਸੀਂ ਗਰੀਬਾਂ ਦੀ ਰੱਖਿਆ ਕਰਦੇ ਹੋ, ਲਾਜ ਰੱਖਣ ਵਾਲੇ ਹੋ। ਉਪਦੇਸ਼ਾ ਜਿਮ ਹੋਏ ਉਧਾਰਾ। ਮਹਾਰਾਜ ਸਾਨੂੰ ਵੀ ਕੋਈ ਉਪਦੇਸ਼ ਬਖਸ਼ੋ ਤਾਂ ਕਿ ਸਾਡਾ ਵੀ ਸੰਸਾਰ ਤੋਂ ਭਲਾ ਹੋ ਸਕੇ, ਅਸੀਂ ਵੀ ਸੰਸਾਰ ਤੋਂ ਉਧਰ ਸਕੀਏ। ਸ਼੍ਰੀ ਗੁਰੂ ਅਮਰਦਾਸ ਤੇ ਉਹ ਸਮੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬੋਲਦੇ ਆ ਹਉਮੈ ਕਰ ਬੰਧਨ ਕੋ ਲਹਿਓ। ਕਹਿੰਦੇ ਭਾਈ ਸਾਰਿਆਂ ਤੋਂ ਵੱਡਾ ਬੰਧਨ ਹਉਮੈ, ਹਉਮੈ ਇਹੀ ਬੰਧਨ, ਸਾਰਿਆਂ ਤੋਂ ਵੱਡਾ ਬੰਧਨ ਸੰਸਾਰ ਵਿੱਚ ਹਉਮੈ ਹੰਕਾਰ ਹੈ। ਤੇ ਇਸ ਕਰਕੇ ਹੰਕਾਰ ਜਿਹੜਾ ਹੈ ਇਹਨੂੰ ਜਾਣਨਾ ਕਰੋ, ਜਿਹੜਾ ਇਹ ਬੰਧਨ ਹੈ ਸੰਸਾਰ ਦੇ ਵਿੱਚ। ਅਣਹੋਵਤ ਹੀ ਇਹੋ ਬਨ ਆਈ। ਤੇ ਅਣਹੋਵਤ, ਅਣਹੋਂਦੀ ਜਿਹੜੀ ਇਹ ਮਨੁੱਖ ਨੂੰ ਬਣੇ ਹੋਵਾਂਗੇ। ਹੰਕਾਰ ਤੋਂ ਅਸੀਂ ਮੁਕਤ ਕਿਵੇਂ, ਸਾਡਾ ਖਹਿੜਾ ਕਿਵੇਂ ਛੁੱਟੇਗਾ। ਕਹਿਓ ਕਿ ਜਾਨਹਾ ਤਨ ਕੋ ਕੂਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਹੈ ਵੀ ਹੰਕਾਰ ਤੋਂ ਜੇ ਖਹਿੜਾ ਛੁਡਾਉਣਾ ਹੈ ਤੇ ਫਿਰ ਜਿਹੜਾ ਸਰੀਰ ਇਹਨੂੰ ਕੂੜਾ ਜਾਣੋ ਵੀ ਇਹ ਝੂਠਾ ਹੈ, ਇਹ ਨਾਸ਼ ਹੋਣ ਵਾਲਾ ਹੈ। ਬਿਨ ਸਹਿ ਹੋਏ ਸਮਾ ਜਬ ਪੂਰਾ। ਵੀ ਜਦੋਂ ਇਹਦਾ ਸਮਾਂ ਹੋ ਗਿਆ ਪੂਰਾ, ਸਰੀਰ ਨੇ ਨਾਸ਼ ਹੋ ਜਾਣਾ, ਇਹ ਜਾਣਨਾ ਕਰੋ। ਸਨੇ ਸਨੇ ਇਸਤੇ ਬ੍ਰਿਤ ਛੋਰ। ਤੇ ਹੌਲੀ 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 ਸਰੀਰ ਤੋਂ ਬਿਰਤੀ ਉੱਪਰ ਚੁੱਕ ਲਓ, ਸਰੀਰ ਦੀ ਮੇਰ ਤੋਂ ਵੀ ਆ ਮੇਰਾ ਸਰੀਰ ਹੈ। ਜਿੰਨੀਆਂ ਠੱਗੀਆਂ ਠੋਰੀਆਂ ਸਾਧ ਸੰਗ ਦੀ ਪੁਰਾਣੀ ਸਰੀਰ ਵਾਸਤੇ ਮਾਰਦਾ। ਤਾਂ ਮਹਾਰਾਜ ਕਹਿੰਦੇ ਬਗਾਨਾ ਜਾਣੋਗੇ ਵੀ ਇਹ ਤਾਂ ਮਿੱਟੀ ਦੀ ਮਿੱਟੀ ਇੱਥੇ ਰਹਿ ਜਾਣੀ ਹੈ। ਜਦੋਂ ਸਰੀਰ ਨੂੰ ਤੁਸੀਂ ਇਸ ਤਰ੍ਹਾਂ ਜਾਣੋਗੇ ਤੇ ਹੌਲੀ ਹੌਲੀ ਸਰੀਰ ਦੇ ਉੱਪਰੋਂ ਮੋਹ ਚੁੱਕਿਆ ਜਾਵੇਗਾ, ਬਿਰਤੀ ਉਥਾਨ ਹੋ ਜਾਵੇਗੀ। ਕਰਹ ਲਗਾਵਨ ਆਤਮ ਔਰ। ਤੇ ਬਿਰਤੀ ਨੂੰ ਸਰੀਰ ਵਾਲੇ ਪਾਸਿਓਂ ਪੱਟ ਕਰਕੇ ਕਿੱਥੇ ਲਾਉਣਾ ਹੈ? ਉਹ ਆਤਮਾ ਵਿੱਚ ਲਾਉਣਾ ਹੈ, ਆਪਦੇ ਸ਼ੁੱਧ ਸਰੂਪ ਵਿੱਚ ਲਾਉਣਾ ਹੈ। ਸਹਿਨਸ਼ੀਲਤਾ ਸ਼ਿਮਾ ਤਰੀਜੈ। ਸਹਿਣਸ਼ੀਲਤਾ, ਗੱਲ ਸਹਿਣੀ ਸਿੱਖਣੀ, ਸਿਮਾ ਦਾ ਗੁਣ ਧਾਰਨ ਕਰ। ਪਰ ਸਹਾਰੂ ਪਾਰੂ। ਇੱਕ ਗੰਗੂ ਨਾਮੇ ਸਿੱਖ, ਇੱਕ ਸਹਾਰੂ ਭਾਰੂ ਨਾਮੇ ਸਿੱਖ ਹੈ। ਕਰ ਬੰਧਨ ਬੈਠੇ ਦੁਖਿਆਰੂ। ਗੋਇੰਦਵਾਲ ਸਾਹਿਬ ਤੇ ਬੜੇ ਦੁਖੀ ਹਨ ਸੰਸਾਰ ਦੇ ਵਿਸ਼ਿਆਂ ਵਕਾਰਾਂ ਤੋਂ, ਬੜੇ ਭਾਰੀ ਦੁਖੀ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਆਣ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਸੰਗਤ ਵਿੱਚ ਬੈਠੇ ਆ। ਤਿਨ ਕੋ ਭੀ ਉਪਦੇਸ਼ਨ ਕੀਨਾ। ਇਹਨਾਂ ਨੂੰ ਵੀ ਮਹਾਰਾਜ ਨੇ ਸੋਹਣਾ ਉਪਦੇਸ਼ ਬਖਸ਼ਿਆ ਹੈ। ਵੰਡ ਖਾਹੋ ਧਰ ਪਾਓ ਪ੍ਰਬੀਨ। ਮਹਾਰਾਜ ਕਹਿੰਦੇ ਭਾਈ ਸਿਆਣੇ ਗੁਰਸਿੱਖੋ, ਵੰਡ ਦੇ ਵਿੱਚ ਸਾਰਿਆਂ ਦੇ ਨਾਲ ਆਪਦੇ ਪੇਟ ਨੂੰ ਸਾਰੇ ਹੀ ਸਿਆਣੇ ਆ। ਆਪਦੇ ਮੂੰਹ ਨੂੰ ਹਰੇਕ ਦਾ ਹੀ ਹੱਥ ਜਾਂਦਾ ਹੈ, ਪਰ ਧਨ ਜਨਮ ਹੈ ਤਿਨੋਂ ਕਾ ਜੋ ਖਵਾਏ ਕੇ ਖਾਏ। ਜਿਹੜੇ ਦੂਜਿਆਂ ਨੂੰ ਖਵਾ ਕੇ ਖਾਂਦੇ ਹੈ ਉਹਨਾਂ ਦਾ ਜਨਮ ਖਾਲਸਾ ਜੀ ਧਨ ਹੈ। ਤਾਂ ਮਹਾਰਾਜ ਕਹਿੰਦੇ ਭਾਈ ਇਹ ਬਿਰਤੀ ਜਿਹੜੀ ਹੈ ਧਾਰਨ ਕਰਨੀ ਹੈ, ਧਾਰਨ ਕਰਕੇ ਰੱਖਣੀ ਹੈ। ਤੋ ਸਿਮਰਾਵ ਸਿਮਰੋ ਤਿੰਨ ਨਿਤ ਨਾਮੋ, ਨਿਤਾ ਪ੍ਰਤੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਨ੍ਹਾਂ ਨਾ ਸੇਵਾ ਸਭ ਦੇਹੁ ਛੋਰ। ਮਹਾਰਾਜ ਕਹਿੰਦੇ ਇਹਨਾਂ ਨੂੰ ਕਦੇ ਨਹੀਂ ਸੇਵਨਾ, ਨਾ ਮੜੀ ਨੂੰ ਪੂਜਣਾ, ਨਾ ਕਦੇ ਕਿਸੇ ਨੇ ਟੋਭੇ ਨੂੰ ਪੂਜਣਾ, ਤੇ ਨਾ ਕੋਈ ਮੱਠ ਨੂੰ ਪੂਜੇ, ਤੇ ਨਾ ਕੋਈ ਗੌਰ ਕਬਰ ਨੂੰ ਪੂਜੇ। ਗੌਰ ਕਬਰ ਹੁੰਦੀ ਖਾਲਸਾ ਦੀ, ਮੜੀ ਹੋਰ ਹੁੰਦੀ ਹੈ। ਜਿਵੇਂ ਸ਼ਮਸ਼ਾਨਾਂ ਵਿੱਚ ਆਪਦੇ ਵੱਡੇ ਦੀ ਮੜੀ ਬਣਾ ਕੇ ਉਹਨੂੰ ਪੂਜੀ ਜਾਂਦੇ। ਤੋ ਇਉਂ ਮਹਾਰਾਜ ਕਹਿੰਦੇ ਕੋਈ ਪੀਰ ਫਕੀਰ ਦੀ ਮੜੀ ਬਣਾ ਪਾਦ ਦੇ ਅਭਿਰਾਮੋ। ਮੜੀ ਟੋਭੜੀ ਮੱਠ